नानक की प्रभ बेनती, अपनी भगति लाए। विसर नाही दातार, अपना नाम देओ। गुण गावा दिन रात, नानक चाओ एहो। गुण गावा दिन रात, नानक चाओ एहो। सज्जन सच्चा पातशाह, सिरशाह शाह। जिस पास बैठिया सोहिया, सबना दावे साहो। सतनाम श्री वाहिगुरु साहिब जी। जात सरी महला पंजवा, कार तीजा दो पदे। एक ओंकार सतगुर प्रसाद। देहो संदेशरो कहियो प्रे कहियो। बिसम पाई मैं बहु बिद सुनते, कहो सुहागन सहियो। देहो संदेशरो कहियो प्रे कहियो। बिसम पाई मैं बहु बिद सुनते, कहो सुहागन सहियो। रहाओ को कह तो सब बाहर बाहर, को कह तो सब महियो। भरण न दीसै चेहन न लखीऐ, सुहागन सात बुझहियो। सर्ब निवासी घट घट वासी, लेप नहीं अल्पहियो। नानक कहत सुनो रे लोगा, संत रसन को बसाहियो। सर्ब निवासी घट घट वासी, लेप नहीं अल्पहियो। नानक कहत सुनो रे लोगा, संत रसन को बसाहियो। वाहिगुरु जी का खालसा, वाहिगुरु जी की फतेह। परम सन्मानयोग गुरु की साजी नवाजी, गुरु रूप गुरु खालसा सत्संग जी। आप धनता दे योग हो,
हर रोज की तरह सचखंड श्री हरमंदर साहिब जी तो प्राप्त होए पावन श्री मुखवाक दी कथा विचार सांझी करने वास्ते गुरुद्वारा मंजी साहिब दी वाड़ हाल विखे ਅਤੇ PTC ਦੇ ਰਾਹੀਂ ਵਿਦੇਸ਼ਾਂ ਦੇ ਅੰਦਰ ਦੇਸ਼ ਦੇ ਅੰਦਰ ਤਥਾ ਘਰਾਂ ਵਿੱਚ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ जगत जलंदे दे रक्षक हलत पलत दे राखे साहिब श्री गुरु ग्रंथ साहिब सच्चे पातशाह जी ने अमृत वेले सचखंड श्री हरमंदर साहिब जी विखे प्रकाशमान होके अज दा ये पावन श्री मुखवाक शहीदां दे सिरताज बाणी के बोहित कलयुगी जीवां दे उधारक शांति दे मुजस्समे साहिब श्री गुरु अर्जन देव सच्चे पातशाह जी दी पावन रसना द्वारा समुची लोकाई नूं बख्शिश कीता है। अज दे इस पावन हुक्म अंदर सतगुरु पातशाह जी ने दो सखियां दा संवाद कथन किया है। एक जग्यासु रूप सखी महात्मा रूप सखी नूं सवाल करदी है कि हे महात्मा रूप सखीए मैनू उस प्यारे दा सुनेहा देना कर, क्योंकि मैं बहुत लोकां तो सुनिया है, कोई कुछ दसदा है कोई कुछ दसदा है, पर हे महात्मा रूप सखी मेरी तसल्ली नहीं हुई। विद्वाना ने संगत जी विचार चर्चा चार प्रकार की कथन की है। वाद, हेत, जल्प ते वतंडावाद, ये चार प्रकार की चर्चा है। ते गुरु हरगोबिंद साहब सच्चे पातशाह जी ने सिखां नूं हुक्म कीता सी कि दो प्रकार की चर्चा तुसां आपस विच मिल बैठ के करनी है। वाद अते हेत।
ਵਾਦ ਨਾਮ ਪ੍ਰੇਮ ਦਾ ਹੈ ਤੇ ਹੇਤ ਨਾਮ ਵੀ ਪ੍ਰੇਮ ਪਿਆਰ ਦਾ ਹੀ ਹੈ। ਪ੍ਰੇਮ ਨਾਲ ਇੱਕ ਦੂਜੇ ਨੂੰ ਪੁੱਛਣਾ ਵੀ ਮੈਨੂੰ ਇਸ ਗੱਲ ਦਾ ਪਤਾ ਨਹੀਂ, ਆਪ ਮੈਨੂੰ ਇਹ ਸਮਝਾ ਦਿਓ। ਤੇ ਸੰਗਤ ਜੀ, ਜਿਹੜੀ ਦੂਜੀ ਦੋ ਪ੍ਰਕਾਰ ਦੀ ਚਰਚਾ ਹੈ, ਜਲਪ ਤੇ ਵਤੰਡਾ, ਇਹਦੇ ਤੋਂ ਸਤਿਗੁਰਾਂ ਨੇ ਸਾਨੂੰ ਵਿਵਰਜਿਤ ਕੀਤਾ ਹੈ ਕਿ ਇਹ ਦੋ ਪ੍ਰਕਾਰ ਦੀ ਚਰਚਾ ਗੁਰੂ ਕੇ ਸਿੱਖਾਂ ਨੇ ਨਹੀਂ ਕਰਨੀ। ਪਰ ਜਦੋਂ ਅੱਜ ਅਸੀਂ ਸੰਗਤ ਜੀ ਵੇਖਦੇ ਹਾਂ ਕਿ ਅਸੀਂ ਬਹੁਤਾ ਜਲਪ ਤੇ ਵਤੰਡਾ ਇਹ ਦੋ ਪ੍ਰਕਾਰ ਦੀ ਚਰਚਾ ਵਿੱਚ ਪੈ ਗਏ ਹਾਂ। ਵਿਤੰਡਾਵਾਦ ਤੋਂ ਭਾਵ ਹੈ ਈਰਖਾ ਵਸ ਹੋ ਕੇ ਦੂਜੇ ਦੀ ਗੱਲ ਨੂੰ ਕੱਟਣਾ। ਜੋ ਉਹਨੇ ਬੋਲਿਆ ਹੈ ਉਹਦੇ ਤੋਂ ਸਿਰ ਫੇਰ ਦੇਣਾ ਵੀ ਨਹੀਂ, ਇਹ ਹੋ ਹੀ ਨਹੀਂ ਸਕਦਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਜਿਹੜੀ ਦੋ ਪ੍ਰਕਾਰ ਦੀ ਚਰਚਾ ਬਖਸ਼ਿਸ਼ ਕੀਤੀ ਹੈ, ਵਾਦ ਅਤੇ ਹੇਤ, ਸੰਗਤ ਜੀ ਅੱਜ ਦੇ ਸਮੇਂ ਅੰਦਰ ਇਹ ਸ਼ਾਇਦ ਹੀ ਕਿਤੇ ਨਜ਼ਰ ਆਉਂਦੀ ਹੋਵੇ ਵੀ ਦੋ ਗੁਰਸਿੱਖ ਆਪਸ ਵਿੱਚ ਮਿਲ ਕੇ ਬੈਠ ਕੇ ਵਿਚਾਰ ਕਰਦੇ ਹੋਣ ਵੀ ਮੈਨੂੰ ਇਸ ਗੱਲ ਦਾ ਪਤਾ ਨਹੀਂ, ਤੁਸੀਂ ਦੱਸੋ। ਜਾਂ ਉਹ ਦੂਜਾ ਕਵੇ ਵੀ ਮੈਨੂੰ ਇਹਦੇ ਬਾਰੇ ਨਹੀਂ ਗਿਆਨ, ਤੁਸੀਂ ਦੱਸ ਦਿਓ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਲੜਾਈ ਝਗੜੇ ਵਾਲੀ ਜਿਹੜੀ ਚਰਚਾ ਉਹ ਗੁਰੂ ਕੇ ਸਿੱਖ ਨੇ ਨਹੀਂ ਕਰਨੀ। ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਵੀ ਸੰਗਤ ਜੀ ਇਹ ਵਾਦ ਤੇ ਹੇਤ ਚਰਚਾ ਦਾ ਹੀ ਜ਼ਿਕਰ ਹੈ। ਜਗਿਆਸੂ ਰੂਪ ਸਖੀ ਜਿਹਦੇ ਅੰਦਰ ਜਗਿਆਸਾ ਜਾਗੀ ਹੈ ਤੇ ਸੰਗਤ ਜੀ ਜਗਿਆਸਾ ਜਾਗੀ ਹੈ ਤੇ ਫਿਰ ਉਹ ਪਰਮੇਸ਼ਰ ਦੇ ਬਾਰੇ ਪੁੱਛਦੀ ਹੈ ਵੀ ਉਹਦੀ ਪ੍ਰਾਪਤੀ ਕਿਵੇਂ ਹੋਵੇਗੀ, ਉਹ ਕਿਵੇਂ ਮਿਲੇਗਾ, ਉਹਦਾ ਨਿਵਾਸ ਕਿੱਥੇ ਹੈ। ਤੇ ਜੇ ਉਸ ਜਗਿਆਸੂ ਰੂਪ ਸਖੀ ਨੂੰ ਜਿਹਦਾ ਹਿਰਦਾ ਜਾਗਿਆ ਹੋਇਆ ਹੈ, ਜੇ ਉਹਨੂੰ ਚੰਗਾ ਰਸਤਾ ਨਾ ਮਿਲੇ ਤੇ ਸੰਗਤ ਜੀ ਫਿਰ ਉਹ ਭਰਮ ਵਿੱਚ ਪੈ ਜਾਂਦੀ ਹੈ, ਫਿਰ ਉਹ ਭੁਲੇਖਿਆਂ ਵਿੱਚ ਪੈ ਜਾਂਦੀ ਹੈ। ਜਦੋਂ ਉਹ ਬਹੁਤਿਆਂ ਤੋਂ ਸੁਣਦੀ ਹੈ, ਕੋਈ ਕਹਿੰਦਾ ਨਹੀਂ ਪਰਮੇਸ਼ਰ ਇਸ ਤਰ੍ਹਾਂ ਹੈ, ਕੋਈ ਕਹਿੰਦਾ ਨਹੀਂ ਉਹ ਇਸ ਤਰ੍ਹਾਂ ਹੈ, ਫਿਰ ਉਹ ਭੁੱਲ ਜਾਂਦੀ ਹੈ, ਭੁਲੇਖੇ ਵਿੱਚ ਪੈ ਜਾਂਦੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਸਾਨੂੰ ਇਸ ਪਾਵਨ ਹੁਕਮ ਦੇ ਰਾਹੀਂ ਸੰਗਤ ਜੀ ਵਾਦ ਅਤੇ ਹੇਤ ਜੋ ਚਰਚਾ ਦੋ ਪ੍ਰਕਾਰ ਦੀ ਉਹ ਆਪਸ ਵਿੱਚ ਕਰਨ ਦਾ ਹੁਕਮ ਬਖਸ਼ਿਸ਼ ਕੀਤਾ ਹੈ। ਜਗਿਆਸੂ ਰੂਪ ਸਖੀ ਨੂੰ ਅਜੇ ਕੋਈ ਗਿਆਨ ਨਹੀਂ, ਕੋਈ ਪਤਾ ਨਹੀਂ,
ਪਰ ਜਦੋਂ ਉਹਨੇ ਬਹੁਤਿਆਂ ਤੋਂ ਸੁਣਿਆ ਤੇ ਫਿਰ ਉਹਨੇ ਮਹਾਤਮਾ ਰੂਪ ਸਖੀ ਨੂੰ ਪੁੱਛਣਾ ਕੀਤਾ ਹੈ ਤੇ ਮਹਾਤਮਾ ਰੂਪ ਸਖੀ ਨੇ ਫਿਰ ਉਹਦੇ ਮਨ ਦਾ ਜਿਹੜਾ ਭਰਮ ਸੀ, ਭੁਲੇਖਾ ਸੀ, ਉਹ ਦੂਰ ਕੀਤਾ ਹੈ। ਕਈ ਵਾਰ ਕਈ ਵਿਸ਼ੇ ਐਸੇ ਹੁੰਦੇ ਨੇ ਜਿਹੜੇ ਵਿਦਵਾਨਾਂ ਦੇ ਆਪਸ ਵਿੱਚ ਮਿਲ ਬੈਠ ਕੇ ਸੁਲਝਾਉਣ ਵਾਲੇ ਹੁੰਦੇ ਨੇ, ਪਰ ਕਈ ਵਾਰ ਉਹ ਵਿਸ਼ੇ ਅਗਿਆਨੀਆਂ ਦੇ ਹੱਥ ਵਿੱਚ ਆ ਜਾਂਦੇ ਨੇ ਤੇ ਉਹਨੂੰ ਵਿਤੰਡਾਵਾਦ ਵਿੱਚੋਂ ਲੈ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਜਿਹੜੀ ਗੱਲ ਦਾ ਆਪ ਨੂੰ ਪਤਾ ਨਾ ਹੋਵੇ ਉਹ ਕੋਈ ਦੂਜੇ ਗੁਰਸਿੱਖ ਨੂੰ ਪਿਆਰ ਸਹਿਤ ਪੁੱਛ ਲੈਣੀ ਚਾਹੀਦੀ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸੰਗਤ ਜੀ ਮਹਾਤਮਾ ਅਤੇ ਜਗਿਆਸੂ ਰੂਪ ਸਖੀਆਂ ਦਾ ਇਹ ਜਿਹੜੀ ਚਰਚਾ ਹੈ, ਸੰਵਾਦ ਹੈ, ਆਪਸ ਵਿੱਚ ਪਿਆਰ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਪੰਜਵਾ। ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਨੇ ਜੈਤਸਰੀ ਰਾਗਣੀ ਵਿੱਚ ਇਹ ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜੈਤਸਰੀ ਦੇ ਗਾਇਨ ਕਰਨ ਦਾ ਸਮਾਂ ਸੰਗਤ ਜੀ ਦਿਨ ਦਾ ਚੌਥਾ ਪਹਿਰ ਹੈ, ਭਾਵ 3 ਵਜੇ ਤੋਂ ਲੈ ਕੇ 6 ਵਜੇ ਤੱਕ ਜੈਤਸਰੀ ਨੂੰ ਗਾਇਆ ਜਾ ਸਕਦਾ ਹੈ। ਤੇ ਜੈਤਸਰੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਜੈਤਸਰੀ ਸੰਗਤ ਜੀ ਇਹ ਜਿੱਤ ਦੀ ਰਾਗਣੀ ਹੈ। ਜਿੱਥੇ ਜੈਤਸਰੀ ਗਾਈ ਜਾਂਦੀ ਹੈ ਉੱਥੇ ਹਮੇਸ਼ਾ ਹੀ ਜਿੱਤ ਹੁੰਦੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜੈਤਸਰੀ ਦੇ ਅੰਦਰ ਅੱਜ ਦਾ ਇਹ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਘਰ ਤੀਜਾ ਦੋ ਪਦੇ। ਤੀਜੇ ਘਰ ਸੁਰ ਤਾਲ ਵਿੱਚ ਇਸ ਪਾਵਨ ਸ਼ਬਦ ਦਾ ਗਾਇਨ ਕਰਨ ਦੀ ਸਤਿਗੁਰੂ ਜੀ ਨੇ ਹਦਾਇਤ ਕੀਤੀ ਹੈ ਵੀ ਇਹ ਸ਼ਬਦ ਤੀਜੇ ਘਰ ਵਿੱਚ ਗਾਇਨ ਕਰਨਾ ਹੈ। ਔਰ ਇਸ ਸ਼ਬਦ ਦੇ 2 ਪਦੇ ਨੇ, 2 ਬੰਦ ਹਨ। ਇੱਕ ਓੰਕਾਰ। ਇੱਕ ਜੋ ਅਦਵੈਤ ਬ੍ਰਹਮ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਉਹ ਇੱਕ ਅਦਵੈਤ ਬ੍ਰਹਮ ਪਰਮੇਸ਼ਰ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਦੇਹੁ ਸੰਦੇਸਰੋ ਕਹੀਓ ਪ੍ਰੇ ਕਹੀਓ। ਜਗਿਆਸੂ ਰੂਪ ਸਖੀ ਮਹਾਤਮਾ ਰੂਪ ਸਖੀ ਦੇ ਕੋਲ ਜਾ ਕੇ ਬੇਨਤੀ ਕਰਦੀ ਹੈ, ਐ ਮਹਾਤਮਾ ਰੂਪ ਸਖੀਏ ਦੇਹੋ ਸੰਦੇਸਰੋ, ਮੈਨੂੰ ਸੰਦੇਸ਼ ਬਖਸ਼ਿਸ਼ ਕਰ, ਮੈਨੂੰ ਸੁਨੇਹਾ ਦਿਓ, ਕਿਉਂਕਿ ਮੇਰਾ ਮਨ ਜਿਹੜਾ ਉਹ ਭੁੱਲਿਆ ਫਿਰਦਾ ਹੈ ਤੇ ਆਪ ਕਿਰਪਾ ਕਰਕੇ ਮੇਰੇ ਇਸ ਭੁੱਲੇ ਹੋਏ ਮਨ ਨੂੰ ਸਿੱਧੇ ਰਸਤੇ ਤੇ ਪਾਉਣਾ ਕਰੋ। ਬੇਸਮ ਭਾਈ ਮੈਂ ਬਹੁ ਬਿਦ ਸੁਨਤੇ। ਕਹੀਓ ਪ੍ਰੇ ਕਹੀਓ, ਹੇ ਮਹਾਤਮਾ ਰੂਪ ਸਖੀਏ ਮੈਨੂੰ ਉਸ ਪਿਆਰੇ ਪਤੀ ਬਾਰੇ
ਕਹਿਣਾ ਕਰ, ਕਹਿਣਾ ਕਰ, ਦੱਸਣਾ ਕਰ ਕਿ ਉਹਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਉਹਨੂੰ ਕਿਵੇਂ ਮਿਲਿਆ ਜਾ ਸਕਦਾ ਹੈ, ਉਹਦਾ ਨਿਵਾਸ ਕਿੱਥੇ ਹੈ। ਹੇ ਮਹਾਤਮਾ ਰੂਪ ਸਖੀਏ, ਇਹ ਮੈਨੂੰ ਉਹਦਾ ਸੁਨੇਹਾ ਦੇਣਾ ਕਰ, ਉਸ ਪਤੀ ਪਿਆਰੇ ਦੇ ਬਾਰੇ ਮੈਨੂੰ ਕਹਿਣਾ ਕਰ। ਬਿਸਮ ਭਾਈ ਮੈਂ ਬਹੁ ਬਿਦ ਸੁਣਤੇ, ਹੇ ਮਹਾਤਮਾ ਰੂਪ ਸਖੀਏ, ਮੈਂ ਬਹੁਤ ਤਰੀਕਿਆਂ ਨਾਲ ਸੁਣ ਕਰਕੇ ਨਾ ਤੇ ਹੈਰਾਨ ਹੋ ਗਈ ਹਾਂ। ਕਹੋ ਸੁਹਾਗਨ ਸਹੀਓ, ਹੇ ਮਹਾਤਮਾ ਰੂਪ ਸੁਹਾਗਵੰਤੀ ਸਹੇਲਿਓ, ਆਪ ਮੈਨੂੰ ਦੱਸਣਾ ਕਰੋ, ਕਿਉਂਕਿ ਮੈਂ ਕਈ ਤਰੀਕਿਆਂ ਨਾਲ ਉਸ ਪਤੀ ਪਰਮੇਸ਼ਰ ਦੇ ਬਾਰੇ ਵਿਚਾਰਾਂ ਸਰਵਣ ਕੀਤੀਆਂ ਨੇ, ਜਿਸ ਕਰਕੇ ਮੈਂ ਹੈਰਾਨ ਹਾਂ ਵੀ ਕਿਹੜਾ ਤਰੀਕਾ ਅਪਣਾਵਾਂ ਜਿਸ ਤਰੀਕੇ ਨਾਲ ਮੈਂ ਉਸ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਾਂ, ਉਹਨੂੰ ਮਿਲ ਸਕਾਂ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਨੇ ਤੇ ਮਹਾਤਮਾ ਰੂਪ ਸਖੀ ਨੇ ਅੱਗੋਂ ਪੁੱਛਿਆ, ਹੈ ਜਗਿਆਸੂ ਰੂਪ ਸਖੀਏ, ਤੂੰ ਪਹਿਲਾਂ ਵੀ ਕੋਈ ਉਸ ਪਤੀ ਪਰਮੇਸ਼ਰ ਦੇ ਬਾਰੇ ਸਰਵਣ ਕੀਤਾ ਹੈ, ਕਿਸੇ ਤੋਂ ਸੁਣਿਆ ਹੈ? ਤਾਂ ਜਗਿਆਸੂ ਰੂਪ ਸਖੀ ਜਿਹੜੀ ਹੈ ਨਾ, ਉਹ ਕਹਿਣ ਲੱਗੀ, ਆ ਮਹਾਤਮਾ ਰੂਪ ਸਖੀਓ, ਮੈਂ ਪਹਿਲਾਂ ਵੀ ਸੁਣਿਆ। ਕੋ ਕਹਿ ਤੋ ਸਭ ਬਾਹਰ ਬਾਹਰ, ਪਰ ਕੋਈ ਤਾਂ ਇਹ ਗੱਲ ਕਹਿੰਦਾ ਹੈ ਕਿ ਉਹ ਪਰਮੇਸ਼ਰ ਪਤੀ ਬਾਹਰ ਬਾਹਰ ਹੈ, ਭਾਵ ਕੋਈ ਇਸ ਤਰੀਕੇ ਨਾਲ ਦੱਸੀ ਜਾਂਦਾ ਹੈ। ਤੇ ਸੰਗਤ ਜੀ, ਜਦੋਂ ਕੋਈ ਇਸ ਤਰ੍ਹਾਂ ਦੱਸਦਾ ਹੈ ਵੀ ਉਹ ਬਾਹਰ ਹੈ, ਤੇ ਕਈ ਵਾਰ ਜਗਿਆਸੂ ਭਰਮ ਵਿੱਚ ਪੈ ਕੇ ਤੇ ਉਹਨੂੰ ਬਾਹਰੋਂ ਲੱਭਣ ਦਾ ਯਤਨ ਕਰਦਾ ਹੈ। ਕੋਈ ਜੰਗਲਾਂ ਵਿੱਚ ਚਲੇ ਜਾਂਦਾ ਹੈ, ਕੋਈ ਪਹਾੜਾਂ ਦੀਆਂ ਕੰਦਰਾਂ ਵਿੱਚ ਚਲੇ ਜਾਂਦਾ ਹੈ, ਤੇ ਕੋਈ ਧੂਣੀਆਂ ਤੌਣ ਲੱਗ ਪੈਂਦਾ ਹੈ, ਕੋਈ ਪੁੱਠਾ ਲਮਕ ਜਾਂਦਾ ਹੈ। ਇਸ ਤਰ੍ਹਾਂ ਉਹ ਭੁਲੇਖਾ ਖਾ ਕੇ ਜਗਿਆਸੂ ਜਿਹੜੇ ਨੇ ਉਹ ਬਾਹਰੋਂ ਪਰਮੇਸ਼ਰ ਨੂੰ ਲੱਭਦੇ ਨੇ, ਪਰ ਜਦੋਂ ਉਹਨਾਂ ਨੂੰ ਸੋਝੀ ਪੈਂਦੀ ਹੈ ਨਾ, ਤੇ ਫਿਰ ਉਹ ਕਹਿੰਦੇ ਨੇ, ਜੰਗਲ ਜੰਗਲ ਕਿਆ ਪਵਹਿ, ਵਣ ਕੰਡਾ ਮੋੜਹਿ, ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ। ਫਿਰ ਉਹਨਾਂ ਨੂੰ ਜਦੋਂ ਸੋਝੀ ਪੈਂਦੀ ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਫਿਰ ਉਹ ਕਹਿੰਦੇ ਵੀ ਜੰਗਲਾਂ ਦੇ ਵਿੱਚ ਕੀ ਲੱਭਦਾ ਫਿਰਦਾ ਹੈ, ਪਹਾੜਾਂ ਦੀਆਂ ਕੰਦਰਾਂ ਵਿੱਚ ਕੀ ਲੱਭਦਾ ਫਿਰਦਾ ਹੈ, ਵਸੀ ਰੱਬ ਹਿਆਲੀਏ। ਉਹ ਤਾਂ ਪਰਮੇਸ਼ਰ ਸਾਰਿਆਂ ਜੀਆਂ ਦੇ ਅੰਦਰ ਹੀ ਵਸ ਰਿਹਾ ਹੈ, ਤੇ ਉਹਨੂੰ ਵੇਖਣਾ ਚਾਹੀਦਾ ਹੈ ਸਾਰਿਆਂ ਦੇ ਅੰਦਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਬਾਹਰ ਜਦੋਂ ਬੰਦਾ ਢੂੰਡਦਾ ਹੈ ਨਾ ਜੀ, ਉਦੋਂ ਬਹੁਤ ਦੁਖੀ ਹੁੰਦਾ ਹੈ। ਬਾਹਰ ਢੂੰਡ ਤੇ ਬਹੁਤ ਦੁੱਖ ਪਾਵੇ, ਬਾਹਰ ਢੂੰਡਦਿਆਂ ਬਹੁਤ ਦੁੱਖ ਪਾਉਂਦਾ ਹੈ। ਤੇ ਜਦੋਂ ਗੁਰੂ ਕਿਰਪਾ ਕਰ ਦਿੰਦਾ ਹੈ, ਫਿਰ ਹਜ਼ੂਰ ਕਹਿੰਦੇ ਨੇ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ। ਤਾਂ ਗੁਰੂ ਨੇ ਕਿਰਪਾ ਕਰਕੇ ਸਾਨੂੰ ਸਾਡੇ ਸਰੀਰ ਦੇ ਅੰਦਰ ਹੀ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੱਤੇ ਕਿ ਉਹ ਤੁਹਾਡੇ ਅੰਦਰ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਉਹ ਤੇ ਸਾਰੇ ਸਰੀਰਾਂ ਵਿੱਚ ਵਸ ਰਿਹਾ ਹੈ, ਤੇ ਤੂੰ ਉਹਨੂੰ ਬਾਹਰੋਂ ਕਿੱਥੋਂ ਲੱਭਦਾ ਫਿਰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ, ਹੁਣ ਅਸੀਂ
ਬਾਹਰ ਲੱਭਣ ਤੋਂ ਛੁੱਟ ਗਏ ਹਾਂ। ਜਦੋਂ ਗੁਰੂ ਨੇ ਕਿਰਪਾ ਕਰਕੇ ਸਾਨੂੰ ਇਸ ਸਰੀਰ ਰੂਪੀ ਘਰ ਵਿੱਚੋਂ ਹੀ ਉਹਦੇ ਦਰਸ਼ਨ ਕਰਵਾ ਦਿੱਤੇ। ਜਗਿਆਸੂ ਰੂਪ ਸਖੀ ਕਹਿੰਦੀ, ਮਹਾਤਮਾ ਜੀ ਕੋ ਕਹਿ ਤੋ ਸਭ ਬਾਹਰ ਬਾਹਰ। ਕੋਈ ਤਾਂ ਇਉਂ ਕਹਿੰਦਾ ਹੈ ਕਿ ਉਹ ਪਰਮੇਸ਼ਰ ਬਾਹਰ ਹੈ, ਬਾਹਰ ਹੈ। ਕੋ ਕਹਿ ਤੋ ਸਭ ਮਹੀਓ। ਅਤੇ ਕੋਈ ਕਹਿੰਦਾ ਕਿ ਉਹ ਸਾਰਿਆਂ ਦੇ ਅੰਦਰ ਹੈ। ਮਹੀਓ ਦਾ ਅਰਥ ਹੈ ਵਿੱਚ, ਉਹ ਸਾਰਿਆਂ ਦੇ ਵਿੱਚ ਵਸਦਾ ਹੈ, ਉਹ ਬਾਹਰ ਕਿਤੇ ਵੀ ਨਹੀਂ ਗਾ। ਤੇ ਸੰਗਤ ਜੀ, ਇਸ ਤਰ੍ਹਾਂ ਜਗਿਆਸੂ ਰੂਪ ਸਖੀ ਨੇ ਬੇਨਤੀ ਕੀਤੀ ਵੀ ਕੋਈ ਤਾਂ ਬਾਰ-ਬਾਰ ਦੱਸੀ ਜਾਂਦਾ ਹੈ ਤੇ ਕੋਈ ਕਹੀ ਜਾਂਦਾ ਵੀ ਉਹ ਸਾਰਿਆਂ ਦੇ ਵਿੱਚ ਹੈ। ਬਾਰਣ ਨਾ ਦੀਸੈ ਚਿਹਨ ਨਾ ਲਖੀਐ। ਪਰ ਮਹਾਤਮਾ ਜੀ ਉਹਦਾ ਕੋਈ ਵਰਨ ਨਹੀਂ ਦਿਸਦਾ। ਮਹਾਤਮਾ ਰੂਪ ਸਖੀ ਨੇ ਜਗਿਆਸੂ ਰੂਪ ਸਖੀ ਨੂੰ ਕਿਹਾ ਭਈ ਨਾ ਤਾਂ ਉਹ ਖੱਤਰੀ ਹੈ, ਨਾ ਉਹ ਬ੍ਰਾਹਮਣ ਹੈ, ਨਾ ਉਹ ਸ਼ੂਦ ਹੈ, ਨਾ ਵੈਸ ਹੈ, ਨਾ ਹੀ ਉਹਦਾ ਕੋਈ ਵਰਨ ਹੈ, ਨਾ ਹੀ ਉਹਦੀ ਕੋਈ ਜਾਤੀ ਹੈ, ਔਰ ਨਾ ਹੀ ਉਹਦਾ ਵਰਨ ਕੋਈ ਰੰਗ ਹੈ। ਨਾ ਉਹ ਕਾਲਾ ਹੈ, ਨਾ ਚਿੱਟਾ ਹੈ, ਨਾ ਗੋਰਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰੀਕੇ ਨਾਲ ਉਹਦਾ ਕੋਈ ਵਰਨ ਨਹੀਂ ਦਿਸਦਾ। ਚਿਹਨ ਨਾ ਲਖੀਏ ਤੇ ਨਾ ਹੀ ਉਹਦਾ ਕੋਈ ਚਿੰਨ ਵੇਖੀਦਾ। ਸੁਹਾਗਨ ਸਾਤ 부ਝਾਹੀਓ। ਹੇ ਮਹਾਤਮਾ ਰੂਪ ਸੁਹਾਗਵੰਤੀ ਸਖੀਓ, ਮੈਨੂੰ ਸਾਤ ਬੁਝਾਈਓ, ਮੈਨੂੰ ਸੱਚ ਸਰੂਪ ਬਾਰੇ ਸਮਝਾ ਦਿਓ। ਸਰਬ ਨਿਵਾਸੀ ਘਟ ਘਟ ਵਾਸੀ। ਹੁਣ ਮਹਾਤਮਾ ਰੂਪ ਸਖੀ ਨੇ ਜਗਿਆਸੂ ਰੂਪ ਸਖੀ ਨੂੰ ਕਿਹਾ, ਕਹਿਣ ਲੱਗੀ, ਹੇ ਜਗਿਆਸੂ ਰੂਪ ਸਖੀਏ, ਸਰਬ ਨਿਵਾਸੀ ਘਟ ਘਟ ਵਾਸੀ, ਉਹ ਪਤੀ ਪਰਮੇਸ਼ਰ ਸਰਬ ਨਿਵਾਸੀ ਹੈ। ਉਹ ਕੋਈ ਇੱਕ ਦੇਸੀ ਨਹੀਂ ਵੀ ਇੱਕ ਦੇਸ਼ ਵਿੱਚ ਵਸਦਾ ਹੈ ਜਾਂ ਉਹ ਇੱਕ ਇਲਾਕੇ ਵਿੱਚ ਵਸਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਸਰਬ ਨਿਵਾਸੀ ਹੈ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਤ ਸਹਾਈ। ਜਿੱਥੇ ਵੀ ਉਹਨੂੰ ਯਾਦ ਕਰੀਏ ਨਾ, ਉਹ ਪਰਮੇਸ਼ਰ ਉੱਥੇ ਹੀ ਸਹਾਇਤਾ ਕਰਦਾ ਹੈ। ਐਸੀ ਕੋਈ ਜਗ੍ਹਾ ਨਹੀਂ ਜਿੱਥੇ ਉਹ ਪਰਮੇਸ਼ਰ ਨਾ ਹੋਵੇ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵੜਾ। ਸੰਗਤ ਜੀ, ਉਹ ਜਲ ਦੇ ਵਿੱਚ ਵੀ ਹੈ ਤੇ ਥਲ ਧਰਤੀ ਤੇ ਵੀ ਹੈ ਤੇ ਵੜਾ ਜੰਗਲਾਂ ਆਦਿਕ ਦੇ ਵਿੱਚ ਵੀ ਉਹ ਪਰਮੇਸ਼ਰ ਰਮਿਆ ਹੋਇਆ ਹੈ। ਇਸ ਕਰਕੇ ਉਹ ਸਰਬ ਨਿਵਾਸੀ ਹੈ। ਉਹ ਹਿੰਦੁਸਤਾਨ ਦੇ ਵਿੱਚ ਵੀ ਹੈ ਤੇ ਉਹ ਬਾਕੀ ਦੇਸ਼ਾਂ ਦੇ ਵਿੱਚ ਵੀ ਹੈ। ਐਸਾ ਨਹੀਂ ਵੀ ਉਹ ਹਿੰਦੁਸਤਾਨ ਵਿੱਚ ਹੀ ਵਸਦਾ ਤੇ ਬਾਕੀ ਦੇਸ਼ ਖਾਲੀ ਨੇ। ਨਹੀਂ ਸੰਗਤ ਜੀ, ਉਹ ਸਾਰਿਆਂ ਦੇਸ਼ਾਂ ਦੇ ਵਿੱਚ ਹੀ ਨਿਵਾਸ ਰੱਖਦਾ ਹੈ। ਘਟ ਘਟ ਵਾਸੀ ਤੇ ਹਜੂਰ ਕਹਿੰਦੇ ਸਾਰੇ ਘਟਾਂ ਘਟਾਂ ਦੇ ਵਿੱਚ ਹੀ ਉਹਦਾ ਨਿਵਾਸ ਹੈ। ਭਾਵੇਂ 84 ਲੱਖ ਜੂਨ ਪਰਮੇਸ਼ਰ ਨੇ ਪੈਦਾ ਕੀਤੀ ਹੈ ਤੇ ਸੰਗਤ ਜੀ 84 ਲੱਖ ਜੂਨਾਂ ਦੇ ਵਿੱਚ ਹੀ ਉਸ ਪਰਮੇਸ਼ਰ ਦਾ ਨਿਵਾਸ ਹੈ। ਉਹ ਵਾਸੀ ਹੈ, 84 ਲੱਖ ਜੂਨਾਂ ਦੇ ਵਿੱਚ ਹੀ ਵਸਦਾ ਹੈ। ਐਸਾ ਨਹੀਂ ਵੀ ਬੰਦੇ ਵਿੱਚ ਵਸਦਾ ਹੈ ਤੇ ਦੂਜਿਆਂ ਵਿੱਚ ਨਹੀਂ। ਨਹੀਂ, ਸਤਿਗੁਰੂ ਜੀ ਕਹਿੰਦੇ ਨੇ ਜੋ ਸਭ ਮਹਿ ਏਕ ਖੁਦਾਏ ਕਹਿਤ ਹੋ ਤਉ ਕਿਉ ਮੁਰਗੀ ਮਾਰੈ। ਤੇ ਜੇ ਤੁਸੀਂ ਕਹਿੰਦੇ ਹੋ ਵੀ ਸਾਰਿਆਂ ਵਿੱਚ ਇੱਕ ਖੁਦਾ ਹੈ ਤੇ ਮੁਰਗੀ ਕਿਉਂ ਮਾਰਦੇ ਹੋ? ਕਿ ਮੁਰਗੀ ਵਿੱਚ ਉਹ ਖੁਦਾ ਨਹੀਂ? ਮੁਰਗੀ ਵਿੱਚ ਵੀ ਉਹ ਪਰਮੇਸ਼ਰ ਵਸਦਾ ਹੈ। ਇਸ ਕਰਕੇ ਹਜੂਰ ਕਹਿੰਦੇ ਨੇ ਸਰਬ ਨਿਵਾਸੀ ਹੈ ਤੇ ਸਾਰਿਆਂ ਘਟਾਂ ਘਟਾਂ ਦੇ ਵਿੱਚ ਹੀ ਵਸਦਾ ਹੈ। ਲੇਪ ਨਹੀਂ ਅਲਪਹੀਓ। ਪਰ ਇਹ ਜਗਿਆਸੂ ਰੂਪ ਸਖੀਏ,
ਉਸ ਪਤੀ ਪਰਮੇਸ਼ਰ ਨੂੰ ਲੇਪ ਨਹੀਂ, ਉਹਨੂੰ ਰੰਚਕ ਮਾਤਰ ਵੀ ਕੋਈ ਲੇਪ ਨਹੀਂ, ਉਹ ਲਪਾਏਮਾਨ ਨਹੀਂ। ਸੰਗਤ ਜੀ, ਉਹ ਤਾਂ ਅਲਪਹੀਓ, ਅਲਪਹੀਓ ਦਾ ਅਰਥ ਹੈ ਰੰਚਕ ਮਾਤਰ, ਥੋੜਾ ਜਿੰਨਾ ਵੀ ਉਹਨੂੰ ਲੇਪ ਨਹੀਂ। ਉਹ ਬਹੁਤਾ ਕਿਸੇ ਨਾਲ ਪਿਆਰ ਵੀ ਨਹੀਂ ਕਰਦਾ, ਉਹ ਬਹੁਤਾ ਕਿਸੇ ਵਿੱਚ ਤਦਾਕਾਰ ਵੀ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੈ ਸਾਰਿਆਂ ਦੇ ਵਿੱਚ ਹੈ, ਸਾਰੀਆਂ ਤਾਵਾਂ ਤੇ ਉਹਦਾ ਨਿਵਾਸ ਹੈ, ਸਾਰੇ ਸਰੀਰਾਂ ਵਿੱਚ ਵਸਦਾ ਹੈ, ਪਰ ਉਹਨੂੰ ਰੰਚਕ ਮਾਤਰ ਵੀ ਲੇਪ ਨਹੀਂ, ਉਹ ਲਪਾਏ ਮਾਨ ਨਹੀਂ। ਨਾਨਕ ਕਹਿਤ ਸੁਨਹੁ ਰੇ ਲੋਗਾ। ਹਜੂਰ ਕਥਨ ਕਰਦੇ ਨੇ, ਮਹਾਤਮਾ ਰੂਪ ਸਖੀਆਂ ਨੇ ਕਿਹਾ, ਜਗਿਆਸੂ ਰੂਪ ਸਖੀਏ, ਕਿ ਐ ਦੁਨੀਆ ਦੇ ਲੋਗੋ, ਨਾਨਕ ਕਹਿਤ ਸੁਣੋ ਰੇ ਲੋਗਾ। ਹਜੂਰ ਕਹਿੰਦੇ ਨੇ ਐ ਦੁਨੀਆ ਦੇ ਲੋਗੋ ਸੁਣਨਾ ਕਰੋ। ਜਗਿਆਸੂ ਨੇ ਸਵਾਲ ਕੀਤੇ, ਮਹਾਤਮਾ ਨੇ ਉੱਤਰ ਦਿੱਤੇ ਨੇ, ਤੇ ਜਗਿਆਸੂ ਨੇ ਬੇਨਤੀ ਕੀਤੀ ਸੀ ਕਿ ਉਹਦਾ ਪੱਕਾ ਨਿਵਾਸ ਕਿੱਥੇ ਹੈ, ਉਹ ਪੱਕਾ ਕਿੱਥੇ ਰਹਿੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਐ ਦੁਨੀਆ ਦੇ ਲੋਗੋ ਸੁਣਨਾ ਕਰੋ। ਸੰਤ ਰਸਨ ਕੋ ਬਸਾਹੀਓ। ਹੇ ਜਗਿਆਸੂ ਰੂਪ ਇਸਤਰੀਏ, ਉਹ ਪਰਮੇਸ਼ਰ ਸੰਤਾਂ ਦੀ ਰਸਨਾ ਤੇ ਵਸਦਾ ਹੈ। ਪ੍ਰਭ ਜੀ ਬਸੇ ਸਾਧ ਕੀ ਰਸਨਾ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਪ੍ਰਭੂ ਵਸਦਾ ਹੈ ਸਾਧੂਆਂ ਦੀ ਰਸਨਾ ਤੇ, ਸੰਤਾਂ ਦੀ ਰਸਨਾ ਤੇ, ਸ਼ਾਂਤ ਆਤਮਾ ਪਰਮੇਸ਼ਰ ਦੇ ਪਿਆਰਿਆਂ ਦੀ ਰਸਨਾ ਤੇ ਵਸਦਾ ਹੈ। ਇੱਕ ਵਾਰੀ ਭਗਤ ਪੀਪਾ ਜੀ ਨੇ ਭਗਤ ਤਰਲੋਚਨ ਜੀ ਨੂੰ ਇਹੀ ਸਵਾਲ ਕੀਤਾ। ਕਹਿਣ ਲੱਗੇ, ਭਗਤ ਜੀ ਆਪ ਦੱਸੋ ਕਿ ਪਰਮੇਸ਼ਰ ਦਾ ਨਿਵਾਸ ਕਿੱਥੇ ਹੈ, ਪਰਮੇਸ਼ਰ ਕਿੱਥੇ ਰਹਿੰਦਾ ਹੈ। ਤੇ ਭਗਤ ਤਰਲੋਚਨ ਜੀ ਕਹਿਣ ਲੱਗੇ ਭਗਤ ਪੀਪਾ ਜੀ ਨੂੰ, ਕਹਿਣ ਲੱਗੇ, ਪੀਪਾ ਜੀ ਪਰਮੇਸ਼ਰ ਪਰ ਸੰਤਾਂ ਦੇ 5 ਤਾਵਾਂ ਤੇ ਨਿਵਾਸ ਰੱਖਦਾ ਹੈ। ਤੇ ਭਗਤ ਜੀ ਨੇ ਪੁੱਛਿਆ, ਆਪ ਕਿਰਪਾ ਕਰਕੇ ਦੱਸੋ। ਤੇ ਭਗਤ ਤਰਲੋਚਨ ਜੀ ਕਹਿਣ ਲੱਗੇ, ਇੱਕ ਤਾਂ ਪਰਮੇਸ਼ਰ ਸੰਤਾਂ ਦੀ ਰਸਨਾ ਤੇ ਵਸਦਾ ਹੈ, ਦੂਜਾ ਪਰਮੇਸ਼ਰ ਸੰਤਾਂ ਦੇ ਨੇਤਰਾਂ ਵਿੱਚ ਵਸਦਾ ਹੈ, ਤੇ ਤੀਜਾ ਪਰਮੇਸ਼ਰ ਸੰਤਾਂ ਦੇ ਹਿਰਦੇ ਵਿੱਚ ਵਸਦਾ ਹੈ, ਤੇ ਚੌਥਾ ਪਰਮੇਸ਼ਰ ਸੰਤਾਂ ਦੇ ਹੱਥਾਂ ਵਿੱਚ ਵਸਦਾ ਹੈ, ਤੇ ਪੰਜਵਾਂ ਭਗਤ ਤਰਲੋਚਨ ਜੀ ਕਹਿਣ ਲੱਗੇ, ਪੀਪਾ ਜੀ ਪਰਮੇਸ਼ਰ ਸੰਤਾਂ ਦੇ ਚਰਨਾਂ ਵਿੱਚ ਵਸਦਾ ਹੈ। ਇਸੇ ਕਰਕੇ ਦੁਨੀਆ ਦੇ ਲੋਕ ਭੱਜ ਭੱਜ ਕੇ ਸੰਤਾਂ ਦੇ ਚਰਨਾਂ ਨੂੰ ਚੰਬੜਦੇ ਨੇ। ਇਹ 5 ਥਾਂ ਭਗਤ ਤਰਲੋਚਨ ਜੀ ਨੇ ਦਰਸਾਏ ਪੀਪਾ ਜੀ ਨੂੰ, ਕਿ ਸੰਤਾਂ ਦੇ ਇਹ 5 ਥਾਵਾਂ ਤੇ, ਅੱਖਾਂ ਵਿੱਚ, ਰਸਨਾ ਤੇ, ਹੱਥਾਂ ਵਿੱਚ, ਹਿਰਦੇ ਵਿੱਚ ਤੇ ਚਰਨਾਂ ਵਿੱਚ ਪਰਮੇਸ਼ਰ ਨਿਵਾਸ ਰੱਖਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਕਿਹਾ ਹੈ, ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਬਸਹੀਓ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਾਈਓ ਸੰਤਾਂ ਦੀ ਰਸਨਾ ਤੇ ਵਸਦਾ ਹੈ, ਪਰਮੇਸ਼ਰ ਆਪਣੇ ਪਿਆਰਿਆਂ ਦੀ ਰਸਨਾ ਤੇ ਵਸਦਾ ਹੈ। ਪਾਵਨ ਹੁਕਮ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ। ਆਓ ਜੋ ਲੜੀਵਾਰ ਕਥਾ
ਆਰਾਮ ਕਲੀ ਰਾਗ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਪਿਆਰ ਸਹਿਤ ਸਰਵਣ ਕਰੀਏ ਜੀ। ਸਲੋਕ ਉਦਮ ਅਗਮ ਅਗੋਚਰੋ। ਸੰਗਤ ਜੀ, ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ 12 ਮਹਾਂ ਦਾ ਉਚਾਰਨ ਕੀਤਾ ਹੈ ਔਰ ਸਤਿਗੁਰੂ ਜੀ ਨੇ 7 ਵਾਰਾਂ ਦਾ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, 15 ਥਿੱਤਾਂ ਦਾ ਜ਼ਿਕਰ ਕੀਤਾ ਹੈ ਔਰ ਇਸੇ ਤਰ੍ਹਾਂ ਹੀ 6 ਰੁੱਤਾਂ ਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ। ਇਹ ਰੁੱਤੀ ਸਲੋਕ ਦੇ ਸਰਲੇਖ ਹੇਠ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ, ਜਿਹਦੇ ਆਪਾਂ ਪਹਿਲੇ ਸਲੋਕ ਤੇ ਸ਼ੰਤ ਦੀ ਵਿਚਾਰ ਸਰਵਣ ਕਰ ਚੁੱਕੇ ਹਾਂ। ਅੱਜ ਇਹ ਦੂਜੇ ਸਲੋਕ ਤੇ ਸ਼ੰਤ ਦੀ ਵਿਚਾਰ ਆਰੰਭ ਹੋਈ ਹੈ। 12 ਮਹੀਨੇ ਨੇ ਤੇ 6 ਰੁੱਤਾਂ ਨੇ। 2-2 ਮਹੀਨਿਆਂ ਦੀ ਇੱਕ ਰੁੱਤ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਸ ਪਾਵਨ ਸ਼ਬਦ ਦੇ ਵਿੱਚ ਦਰਸਾ ਰਹੇ ਨੇ। ਸਲੋਕ ਇਹ ਮੂਲ ਰੂਪ ਹੈ ਸੰਗਤ ਜੀ, ਤੇ ਸ਼ੰਤ ਜਿਹੜਾ ਹੈ ਨਾ ਇਹ ਇਹਦਾ ਟੀਕਾ ਰੂਪ ਹੈ। ਉਦਮ ਅਗਮ ਅਗੋਚਰੋ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਪਰਮੇਸ਼ਰ ਅਗਮ ਗਮਤਾ ਤੋਂ ਰਹਿਤ ਹੈ। ਉਹ ਮਨ ਦਾ ਵਿਸ਼ਾ ਨਹੀਂ, ਮਨ ਕਰਕੇ ਆਪਾਂ ਉਹਦੇ ਕੋਲ ਪਹੁੰਚ ਨਹੀਂ ਸਕਦੇ। ਉਹ ਅਗੋਚਰੋ, ਇੰਦਰੀਆਂ ਦਾ ਵਿਸ਼ਾ ਵੀ ਨਹੀਂ, ਇੰਦਰੀਆਂ ਦੇ ਵਿਸ਼ੇ ਤੋਂ ਵੀ ਉਹ ਰਹਿਤ ਹੈ, ਅਪਹੁੰਚ ਹੈ। ਆਪਾਂ ਇਹਨਾਂ ਇੰਦਰੀਆਂ ਕਰਕੇ ਵੀ ਉਹਨੂੰ ਛੋਹ ਨਹੀਂ ਸਕਦੇ, ਹੱਥਾਂ ਨਾਲ ਪਕੜ ਨਹੀਂ ਸਕਦੇ, ਪੈਰਾਂ ਨਾਲ ਤੁਰ ਕੇ ਉਹਦੇ ਕੋਲ ਜਾ ਨਹੀਂ ਸਕਦੇ। ਇਹਦੇ ਸਾਰੇ ਅੰਤਰੀਵ ਅਰਥ ਜਿਹੜੇ ਉਹ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਝ ਦੀ ਵਾਰ ਵਿੱਚ ਦਰਸਾਏ ਹੋਏ ਨੇ। ਤੋ ਸੰਗਤ ਜੀ, ਹਜੂਰ ਕਹਿੰਦੇ ਜੋ ਗਮਤਾ ਤੋਂ ਰਹਿਤ ਹੈ, ਜੋ ਸਾਡੇ ਇੰਦਰੀਆਂ ਤੋਂ ਰਹਿਤ ਹੈ, ਭਾਈ ਉਹਨੂੰ ਮਿਲਣ ਵਾਸਤੇ, ਉਹਨੂੰ ਪ੍ਰਾਪਤ ਕਰਨ ਵਾਸਤੇ ਉਦਮ ਕਰ। ਚਰਨ ਕਮਲ ਨਮਸਕਾਰ। ਨਾਲ ਹਜੂਰ ਕਹਿੰਦੇ ਉਹਦੇ ਪਾਵਨ ਚਰਨ ਕਮਲਾਂ ਤੇ, ਸ਼ਬਦ ਰੂਪੀ ਚਰਨ ਕਮਲਾਂ ਤੇ ਨਮਸਕਾਰ ਕਰਿਆ ਕਰ। ਕਥਨੀ ਸਾ ਤੁਧ ਭਾਵਸੀ। ਸਤਿਗੁਰੂ ਜੀ ਕਹਿੰਦੇ ਨੇ ਕਥਨੀ ਸਾ ਤੁਧ ਭਾਵਸੀ। ਕਥਨੀ ਦਾ ਅਰਥ ਹੈ ਕਥਾ। ਸੰਗਤ ਜੀ, ਕਥਾ ਉਹੀ ਚੰਗੀ ਹੈ ਜਿਹੜੀ ਵਾਹਿਗੁਰੂ ਨੂੰ ਭਾ ਜਾਵੇ। ਕਥਨੀ ਸਾ ਤੁਧ ਭਾਵਸੀ। ਸਤਿਗੁਰਾਂ ਨੇ ਬਹੁਤ ਪੰਕਤੀਆਂ ਗੁਰਬਾਣੀ ਦੇ ਵਿੱਚ ਇਹਦੇ ਬਾਰੇ ਲਿਖੀਆਂ ਨੇ। ਕਥਨੀ ਬਦਨੀ ਕਰਤਾ ਫਿਰੇ। ਬਦਨੀ ਦਾ ਅਰਥ ਹੈ ਮੁੱਖ। ਹਜੂਰ ਕਹਿੰਦੇ ਮੁੱਖ ਤੋਂ ਬਹੁਤ ਕਥਨੀਆਂ ਕਰਦਾ ਫਿਰਦਾ ਹੈ, ਪਰ ਇਹਦਾ ਹਉਮੈ ਤੋਂ ਛੁਟਕਾਰਾ ਨਹੀਂ ਹੋਇਆ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਕਥਨੀ ਉਹੀ ਚੰਗੀ ਹੈ ਜਿਹੜੀ ਵਾਹਿਗੁਰੂ ਨੂੰ ਭਾ ਜਾਵੇ। ਨਾਨਕ ਨਾਮ ਆਧਾਰ। ਹਜੂਰ ਕਹਿੰਦੇ ਸਾਨੂੰ ਤੇ ਭਾਈ ਨਾਮ ਦਾ ਆਸਰਾ ਹੈ, ਅਥਵਾ ਜਿਨ੍ਹਾਂ ਨੇ ਨਾਮ ਨੂੰ ਆਪਣਾ ਆਧਾਰ ਬਣਾਇਆ ਹੋਇਆ ਹੈ, ਨਾਮ ਦਾ ਆਸਰਾ ਲਿਆ ਹੈ, ਸੰਗਤ ਜੀ ਉਹਨਾਂ ਦੀ ਕਥਨੀ ਜਿਹੜੀ ਹੈ ਨਾ ਉਹ ਵਾਹਿਗੁਰੂ ਨੂੰ ਭਾ ਜਾਂਦੀ, ਚੰਗੀ ਲੱਗਦੀ ਹੈ। ਸੰਤ ਸਰਣ ਸਾਜਨ ਪਰਹੋ। ਇਹ ਦੂਜੇ ਸ਼ਲੋਕ ਵਿੱਚ ਸਤਿਗੁਰੂ ਪਾਤਸ਼ਾਹ ਜੀ ਦਰਸਾ ਰਹੇ ਨੇ, ਸੰਤ ਸਰਨ ਸਾਜਨ ਪਰਹੋ। ਇਹ ਸੱਜਣੋ, ਤੁਸੀਂ ਸੰਤਾਂ ਦੀ
ਗੁਰੂ ਦੀ ਸ਼ਰਨ ਵਿੱਚ ਪੈਣਾ ਕਰੋ। ਸੁਆਮੀ ਸਿਮਰ ਅਨੰਤ। ਅਤੇ ਜਿਸ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਅਨੰਤ ਹੈ, ਉਸ ਮਾਲਕ ਨੂੰ ਚੇਤੇ ਕਰੋ। ਸੂਕੇ ਤੇ ਹਰਿਆ ਥੀਆ। ਇਹ ਜਿਹੜਾ ਸਾਡਾ ਮਨ ਵਿਕਾਰਾਂ ਦੀ ਗਰਮੀ ਕਰਕੇ ਸੁੱਕ ਗਿਆ ਹੈ ਨਾ, ਜਦੋਂ ਅਸੀਂ ਉਸ ਵਾਹਿਗੁਰੂ ਨੂੰ ਚੇਤੇ ਕਰਾਂਗੇ ਤੇ ਇਹ ਸ਼ੁਭ ਗੁਣਾਂ ਦੇ ਸਹਿਤ, ਹਰਿਆਵਲਤਾ ਦੇ ਸਹਿਤ ਹੋ ਜਾਵੇਗਾ। ਨਾਨਕ ਜਪ ਭਗਵੰਤ। ਹਜੂਰ ਕਹਿੰਦੇ ਭਗਵੰਤ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਨੂੰ ਜਪਿਆ ਕਰ। ਸ਼ਾਂਤ ਰੁੱਤ ਸਰਸ ਬਸੰਤ ਮਾਹ। ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤ ਜੀ ਅੱਜ ਇਸ ਪਾਵਨ ਸ਼ੰਤ ਵਿੱਚ ਪਹਿਲੀ ਰੁੱਤ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਬਸੰਤ ਰੁੱਤ, ਇਹ ਸਹਿਤ ਰਸ ਦੇ ਹੈ ਤੇ ਇਹ ਜਿਹੜੀ ਰੁੱਤ ਹੈ ਇਹਨੂੰ ਮਿੱਠੀ ਜੀ ਰੁੱਤ ਵੀ ਕਿਹਾ ਜਾਂਦਾ ਹੈ। ਤੇ ਵਿਦਵਾਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਵੀ ਜਿੱਥੇ ਬਸੰਤ ਰੁੱਤ ਫੇਰਾ ਨਹੀਂ ਨਾ ਪਾਉਂਦੀ ਸੰਗਤ ਜੀ, ਉੱਥੇ ਬੀਆਬਾਨ ਉਜਾੜ ਹੀ ਉਜਾੜ ਹੁੰਦਾ ਹੈ। ਹਿੰਦੁਸਤਾਨ ਦੀ ਧਰਤੀ ਤੇ ਇਹ ਰੁੱਤਾਂ ਵਾਰ-ਵਾਰ ਆਉਂਦੀਆਂ ਨੇ, ਮਹੀਨੇ ਵੀ ਵਾਰ-ਵਾਰ ਆਉਂਦੇ ਨੇ, ਰੁੱਤਾਂ ਵੀ ਵਾਰ-ਵਾਰ ਆਉਂਦੀਆਂ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹ ਜੀਵ ਵੀ ਵਾਰ-ਵਾਰ ਆਉਂਦੇ ਜਾਂਦੇ ਰਹਿੰਦੇ ਨੇ। ਹਜੂਰ ਕਹਿੰਦੇ ਰੁੱਤ ਸਰਸ ਬਸੰਤ ਮਹਾ। ਬਸੰਤ ਰੁੱਤ ਸਹਿਤ ਰਸਦੇ ਹੈ, ਮਹਾ ਚੇਤ ਵੈਸਾਖ ਸੁਖ ਮਾਸ ਜੀਓ। ਮਹਾ ਦਾ ਅਰਥ ਹੈ ਮਹੀਨਾ। ਸੰਗਤ ਜੀ ਚੇਤ ਤੇ ਵੈਸਾਖ ਇਹ 2 ਮਹੀਨੇ ਬਸੰਤ ਰੁੱਤ ਦੇ ਮੰਨੇ ਨੇ। ਅਤੇ ਅਗਲਾ ਜਿਹੜਾ ਮਾਸ ਹੈ, ਮਾਸ ਦਾ ਅਰਥ ਵੀ ਮਹੀਨਾ ਵਿਦਵਾਨਾਂ ਨੇ ਕੀਤਾ ਹੈ, ਪਰ ਮਾਸ ਦਾ ਅਰਥ ਜਿਹੜਾ ਨਾ ਉਹ ਸਰੀਰ। ਸੰਗਤ ਜੀ ਚੇਤ ਅਤੇ ਵੈਸਾਖ ਦੇ ਮਹੀਨੇ ਵਿੱਚ ਇਸ ਸਰੀਰ ਨੂੰ ਸੁਖ ਪ੍ਰਾਪਤ ਹੁੰਦਾ ਹੈ। ਹਰ ਜੀਉ ਨਾਹ ਮਿਲਿਆ ਮੌਲਿਆ। ਹਰ ਜੀਉ ਨਾਹੁ ਮਿਲਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਰ ਜੀਉ, ਪਿਆਰੇ ਜੀ, ਹਰੀ ਪਰਮੇਸ਼ਰ ਵਾਹਿਗੁਰੂ ਪਤੀ ਨਾ ਮਿਲਿਆ। ਮੌਲਿਆ ਮਨ ਤਨ ਸਾਸ ਜੀਓ। ਅਥਵਾ ਉਹ ਵਾਹਿਗੁਰੂ ਪਰਮੇਸ਼ਰ ਜਦੋਂ ਮਨ ਤੇ ਤਨ ਨਾਲ ਮਿਲਿਆ, ਤੇ ਸੰਗਤ ਜੀ ਇਹ ਮਨ ਤੇ ਤਨ ਅਥਵਾ ਸਾਸ ਸਰੀਰ ਇਹ ਜਿਹੜੇ ਨੇ ਇਹ ਮੌਲ ਗਏ, ਖੜਾਵਟ ਵਿੱਚ ਆ ਗਏ। ਹਰ ਜੀਓ ਨਾਹੋ ਮਿਲਿਆ। ਜਦੋਂ ਹਰੀ ਪਤੀ ਵਾਹਿਗੁਰੂ ਪਰਮੇਸ਼ਰ ਸਾਨੂੰ ਮਿਲਿਆ, ਉਸ ਵੇਲੇ ਸਾਡਾ ਮਨ ਤਨ ਤੇ ਸਰੀਰ ਜਿਹੜਾ ਸੀ ਇਹ ਕੜਾਵਟ ਵਿੱਚ ਆ ਗਏ। ਕਰ ਨਾਹੁ ਨੇਹ ਚਲ ਆਨੰਦ ਸਖੀਏ। ਹੇ ਸਖੀਏ, ਉਹ ਨਾਹੋ ਪਤੀ ਪਰਮੇਸ਼ਰ ਜੋ ਸਾਡੇ ਸਰੀਰ ਰੂਪੀ ਘਰ ਵਿੱਚ ਹੈ ਅਤੇ ਉਹ ਅਚਲ ਹੈ, ਅਤੇ ਹੇ ਸਖੀਏ ਉਹ ਆਨੰਦਦਾਇਕ ਹੈ। ਚਰਨ ਕਮਲ ਪਰ ਫੁੱਲਿਆ। ਉਹਦੇ ਚਰਨਾਂ ਕਮਲਾਂ ਨਾਲ ਜੁੜਿਆ ਹੀ ਇਹ ਮਨ ਜਿਹੜਾ ਪ੍ਰਫੁੱਲਤ ਹੁੰਦਾ। ਸੁੰਦਰ ਸੁਗੜ ਸੁਜਾਨ ਬੇਤਾ। ਹਜੂਰ ਕਹਿੰਦੇ ਉਹ ਪਰਮੇਸ਼ਰ ਸੁੰਦਰ ਹੈ, ਸੋਹਣਾ ਹੈ, ਸ੍ਰੇਸ਼ਟ ਘਾਟ ਦੇ ਘੜਨ ਵਾਲਾ ਅਤੇ ਅੰਤਰਜਾਮੀ ਹੈ। ਗੁਣ ਗੋਬਿੰਦ ਅਮੁੱਲਿਆ। ਇਸੇ ਤਰ੍ਹਾਂ ਬੇਤਾ ਨਾਮ ਜਾਣਨ ਦਾ ਹੈ, ਉਹ ਸਾਰਿਆਂ ਦੇ ਅੰਦਰ ਦੀ ਗੱਲ ਨੂੰ ਜਾਣਨ ਵਾਲਾ ਹੈ। ਗੁਣ ਗੋਬਿੰਦ ਅਮੁੱਲਿਆ।
ਉਸ ਪਰਮਾਤਮਾ ਦੇ ਗੁਣ ਜਿਹੜੇ ਨੇ ਉਹ ਅਮੋਲਕ ਨੇ। ਵੱਡ ਭਾਗ ਪਾਇਆ ਦੁੱਖ ਗਵਾਇਆ। ਵੱਡਿਆਂ ਭਾਗਾਂ ਵਾਲਿਆਂ ਨੂੰ ਉਹਦੀ ਪ੍ਰਾਪਤੀ ਹੋਈ। ਜਿਨ੍ਹਾਂ ਨੂੰ ਪ੍ਰਾਪਤੀ ਹੋਈ ਸੰਗਤ ਜੀ, ਉਹਨਾਂ ਨੇ ਜਨਮ ਮਰਨ ਦਾ ਦੁੱਖ ਗਵਾ ਲਿਆ। ਭਈ ਪੂਰਨ ਆਸ ਜੀਓ। ਉਹਨਾਂ ਦੀ ਜਿਹੜੀ ਆਸ ਸੀ ਉਹ ਪੂਰੀ ਹੋਈ। ਬਿਨਵੰਤ ਨਾਨਕ ਸਰਣ ਤੇਰੀ। ਬੇਨਤੀ ਪੂਰਵਕ ਸਤਿਗੁਰੂ ਜੀ ਕਥਨ ਕਰਦੇ ਨੇ, ਵਾਹਿਗੁਰੂ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਆ। ਮਿੱਟੀ ਜਮ ਕੀ ਤਰਾਸ ਜੀਓ। ਤੁਹਾਡੀ ਸ਼ਰਨ ਵਿੱਚ ਆਉਣ ਕਰਕੇ ਸਾਨੂੰ ਜਿਹੜੀ ਜਮਾਂ ਦਾ ਡਰ ਸੀ, ਖੌਫ ਸੀ, ਉਹ ਮਿਟ ਗਿਆ ਹੈ। ਸਲੋਕ ਸਾਧ ਸੰਗਤ ਬਿਨ ਭ੍ਰਮ ਮੁਈ। ਹਜੂਰ ਕਹਿੰਦੇ ਨੇ ਸਾਧ ਸੰਗਤ ਤੋਂ ਬਗੈਰ ਇਹ ਜੀਵ ਇਸਤਰੀ ਭ੍ਰਮ ਵਿੱਚ ਪੈ ਕੇ ਮੂਈ ਮਰ ਗਈ। ਕਰਤੀ ਕਰਮ ਅਨੇਕ। ਅਨੇਕ ਪ੍ਰਕਾਰ ਦੇ ਇਹ ਜੀਵ ਇਸਤਰੀ ਕਰਮ ਕਰਦੀ ਰਹੀ, ਪਰ ਇਹਨੇ ਗੁਰੂ ਕੀ ਸੰਗਤ ਨਹੀਂ ਕੀਤੀ। ਗੁਰੂ ਕੀ ਸੰਗਤ ਨਾ ਕਰਨ ਕਰਕੇ ਉਹਨਾਂ ਕਰਮ ਕਾਂਡਾਂ ਦੇ ਵਿੱਚ ਹੀ ਇਹਨੇ ਆਪਣਾ ਜੀਵਨ ਗਵਾ ਲਿਆ। ਕੋਮਲ ਬੰਧਨ ਬਾਦੀਆ। ਹਜੂਰ ਕਹਿੰਦੇ ਜਿਹੜੀ ਕੋਮਲ ਫਾਈ ਹੈ ਨਾ, ਉਹਦੇ ਵਿੱਚ ਇਹ ਜੀਵ ਇਸਤਰੀ ਬੰਨੀ ਗਈ। ਨਾਨਕ ਕਰ ਮਹਿ ਲੇਖ। ਹਜੂਰ ਕਹਿੰਦੇ ਜੋ ਇਹਦੇ ਕਰਮਾਂ ਦਾ ਲੇਖ ਹੈ, ਜੋ ਜੇ ਇਹਨੇ ਕਰਮ ਕੀਤੇ ਨੇ ਉਹ ਜਿਹਾ ਇਹਦਾ ਲੇਖ ਬਣਿਆ। ਜੋ ਭਾਣੇ ਸੇ ਮਿਲਿਆ। ਜਿਹੜੇ ਵਾਹਿਗੁਰੂ ਨੂੰ ਭਾਗ ਹੈ, ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ। ਵਿਛੋੜੇ ਵੀ ਆਪ। ਜਿਹੜੇ ਵਾਹਿਗੁਰੂ ਨੂੰ ਭਾਏ ਨਹੀਂ, ਉਹਨਾਂ ਨੂੰ ਆਪ ਵਿਛੋੜ ਦਿੱਤਾ। ਨਾਨਕ ਪ੍ਰਭ ਸਰਣਾਗਤੀ। ਹਜੂਰ ਕਹਿੰਦੇ ਪ੍ਰਭੂ ਅਸੀਂ ਆਪ ਜੀ ਦੀ ਚਰਨ ਵਿੱਚ ਆਏ ਆ। ਜਾ ਕਾ ਵੱਡ ਪ੍ਰਤਾਪ। ਜਾਕਾ ਜਿਸ ਦਾ ਆਪ ਜੀ ਦਾ ਬਹੁਤ ਵੱਡਾ ਪ੍ਰਤਾਪ ਹੈ, ਅਸੀਂ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ। ਸ਼ੰਤ ਗ੍ਰੀਖ ਮਰੁਤ ਅਤ ਗਾਖੜੀ। ਹੁਣ ਦੂਜੀ ਰੁੱਤ ਦਾ ਸੰਗਤ ਜੀ ਜ਼ਿਕਰ ਕਰ ਰਹੇ ਨੇ, ਜਿਹੜੀ ਅੱਜ ਕੱਲ ਚੱਲ ਰਹੀ ਹੈ। ਗ੍ਰੀਖਮ ਕਹਿੰਦੇ ਨੇ ਗਰਮੀ ਦੀ ਰੁੱਤ ਨੂੰ। ਇਹ ਗਰਮੀ ਦੀ ਰੁੱਤ ਜੇਠ ਅਖਾੜੈ ਕਾਮ ਜੀਓ। ਗਰਮੀ ਦੀ ਰੁੱਤ ਅਤ ਗਾਖੜੀ ਬਹੁਤ ਦੁਖਦਾਈ ਹੁੰਦੀ ਹੈ, ਬਹੁਤ ਕਠਿਨ ਹੁੰਦੀ ਹੈ। ਗਰਮੀ ਦੀ ਰੁੱਤ ਵਿੱਚ ਸੰਗਤ ਜੀ ਹਰੇਕ ਬੰਦੇ ਤੋਂ ਗਰਮੀ ਨਹੀਂ ਸਹਾਰੀ ਜਾਂਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇਠ ਅਤੇ ਹਾੜ ਇਹ 2 ਮਹੀਨੇ ਬਹੁਤ ਜ਼ਿਆਦਾ ਘਾਮ ਧੁੱਪ ਪੈਂਦੀ ਹੈ ਤੇ ਫਿਰ ਆਕਾਸ਼ ਵੀ ਤਪ ਜਾਂਦਾ ਹੈ, ਜੈਸੇ ਤਾਪ ਤੇ ਨਿਰਮਲ ਘਾਮ। ਸੰਗਤ ਜੀ ਜਦੋਂ ਆਕਾਸ਼ ਨਿਤਰਿਆ ਹੋਵੇ ਨਾ, ਤੇ ਉਦੋਂ ਇਸ ਗਰਮੀ ਦੇ ਨਾਲ ਆਕਾਸ਼ ਵੀ ਤਪ ਜਾਂਦਾ, ਫਿਰ ਧਰਤੀ ਵੀ ਤਪਦੀ ਹੈ। ਜੇਠ ਤੇ ਹਾੜ ਦੇ ਮਹੀਨੇ ਵਿੱਚ ਅੱਤ ਦੀ ਗਰਮੀ ਦੁਖਦਾਇਕ ਹੁੰਦੀ ਹੈ। ਪ੍ਰੇਮ ਬਿਸ਼ੋਹ ਦੁਹਾਗਣੀ। ਪਰ ਜਿਹੜੀ ਦੁਹਾਗਵੰਤੀ ਜੀਵ ਇਸਤਰੀ ਹੈ ਨਾ, ਉਹ ਵਾਹਿਗੁਰੂ ਦੇ ਪ੍ਰੇਮ ਤੋਂ ਵਿਛੜੀ ਹੋਈ। ਦ੍ਰਿਸ਼ਟ ਨਾ ਕਰੀ RAM ਜੀਓ। ਪਰਮੇਸ਼ਰ ਕਦੇ ਵੀ ਉਹਦੇ ਵੱਲੇ ਆਪਣੀ ਨਿਗਾਹ ਨਹੀਂ ਕਰਦਾ। ਨਹਿ ਦ੍ਰਿਸ਼ਟ ਆਵੈ ਮਰਤ ਹਾਵੈ। ਸਤਿਗੁਰੂ ਜੀ ਕਹਿੰਦੇ ਦੁਹਾਗਵੰਤੀ ਜੀਵ ਇਸਤਰੀ ਨੂੰ ਵਾਹਿਗੁਰੂ ਨਿਗਾਹ ਨਹੀਂ ਆਉਂਦਾ, ਤੇ ਫਿਰ ਉਹ ਹੌਕਿਆਂ ਦੇ ਵਿੱਚ ਮਰਦੀ ਹੈ। ਮਹਾਗਾਰਬ ਮੁਠੀਆ। ਬਹੁਤ ਵੱਡੇ ਹੰਕਾਰ ਦੇ ਵਿੱਚ ਲੁੱਟੀ ਗਈ। ਜਲਬਾਜ ਮਛਲੀ ਤੜਫੜਾਵੇ। ਜਿਵੇਂ ਜਲ ਤੋਂ ਬਗੈਰ, ਪਾਣੀ ਤੋਂ ਬਗੈਰ ਮੱਛੀ ਤੜਫਦੀ ਹੈ, ਸੰਗ ਮਾਇਆ ਰੁਠੀਆ। ਇਸੇ ਤਰ੍ਹਾਂ ਹੀ ਇਹ ਜੀਵ ਇਸਤਰੀ ਨੇ ਮਾਇਆ ਦਾ ਸੰਗ ਕਰਕੇ ਨਾ ਜੀ, ਤੇ ਪਰਮੇਸ਼ਰ ਵੱਲੋਂ ਰੁਠੀਆ ਰੁੱਸ ਗਈ ਹੈ, ਭਾਵ ਬੇਮੁਖ ਹੋ ਗਈ। ਕਰ ਪਾਪ ਜੋਨੀ ਪੈ ਪੀਤ ਹੋਈ। ਹੁਣ ਇਹ ਪਾਪ ਕਰ ਕਰਕੇ ਤੇ ਜਦੋਂ ਟੇਢੀਆਂ ਮੇਢੀਆਂ ਜੂਨਾਂ ਵੱਲੇ ਤੱਕਦੀ ਹੈ ਨਾ, ਤੇ ਫਿਰ ਇਹ ਭੈ ਭੀਤ ਹੋਈ।
ਸਤਿਗੁਰੂ ਜੀ ਕਹਿੰਦੇ ਨੇ ਭੈ ਦੇ ਸਹਿਤ ਹੋ ਗਈ ਹੈ। ਦੇ ਸਾਸਨ ਜਾਮ ਜੀਓ। ਤੇ ਦੂਜੇ ਪਾਸੇ ਸੰਗਤ ਜੀ ਜਿਹੜੇ ਜਾਮ ਜਮ ਨੇ ਨਾ, ਉਹ ਵੀ ਇਹਨੂੰ ਸਾਸਨ ਨਾਮ ਤਾੜਨਾ ਦਾ, ਉਹ ਤਾੜਨਾ ਦਿੰਦੇ ਨੇ। ਬੇਨਵੰਤ ਨਾਨਕ ਓਟ ਤੇਰੀ। ਬੇਨਤੀ ਪੂਰਵਕ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ, ਵਾਹਿਗੁਰੂ ਸਾਨੂੰ ਤੇ ਤੁਹਾਡੀ ਓਟ ਹੈ, ਸਾਨੂੰ ਤੇ ਤੁਹਾਡਾ ਆਸਰਾ ਹੈ। ਰਾਖ ਪੂਰਨ ਕਾਮ ਜੀਓ। ਮਹਾਰਾਜ ਆਪ ਸਾਰੇ ਕਾਰਜਾਂ ਨੂੰ ਪੂਰੇ ਕਰਨ ਵਾਲੇ ਹੋ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਮਹਾਰਾਜ ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰੋ। ਮਹਾਰਾਜ ਹੰਕਾਰ ਤੋਂ, ਮਾਇਆ ਤੋਂ, ਪਾਪਾਂ ਤੋਂ ਤੇ ਟੇਢੀਆਂ ਮੇਢੀਆਂ ਜੂਨਾਂ ਤੋਂ ਆਪ ਕਿਰਪਾ ਕਰਕੇ ਮਹਾਰਾਜ ਤੇ ਜਮਾਂ ਤੋਂ ਸਾਡੀ ਰੱਖਿਆ ਕਰੋ। ਇਹ ਸਤਿਗੁਰਾਂ ਨੇ ਸੰਗਤ ਜੀ ਆਰਾਮ ਕਲੀ ਰਾਗ ਵਿੱਚ ਅਰੁੱਤੀ ਸ਼ਲੋਕਾਂ ਦੇ ਸਿਰ ਹੇਠ ਸੋ ਸਰਲੇਖ ਹੇਠ ਚੱਲ ਰਹੀ ਇਹ ਕਥਾ ਦੀ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। 2 ਸ਼ਲੋਕ ਤੇ 2 ਛੰਤਾਂ ਦੀ ਵਿਚਾਰ ਹੋਈ ਹੈ। ਸਤਿਗੁਰੂ ਜੀ ਰਹਿਮਤ ਕਰਨ, ਆਪਾਂ ਵੀ ਬੇਨਤੀ ਕਰਿਆ ਕਰੀਏ, ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਉਦਮ ਬਖਸ਼ਿਸ਼ ਕਰੋ, ਤਾਂ ਕਿ ਅਸੀਂ ਵੀ ਆਪ ਜੀ ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਰਹੀਏ। ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਕਰ ਪਾਪ ਜੋਨੀ ਪੈ ਭੀਤ ਹੋਈ। ਦੇ ਸਾਸਨ ਜਾਮ ਜੀਓ। ਬੇੜਵੰਤ ਨਾਨਕ ਓਟ ਤੇਰੀ। ਰਾਖ ਪੂਰਨ ਕਾਮ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।